ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 18 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਵਤਾਰ ਸਿੰਘ ਮੰਜ਼ਲ ਕਲੋਵਿਸ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਸਾਹਿਬ ਸਿੰਘ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਐਮਰਜੈਂਸੀ ਕਰੂ ਨੇ ਇੱਕ ਕੈਲੀਫੋਰਨੀਆ ਦੇ ਪਲੇਸਰ ਕਾਉਂਟੀ ਦੇ ਵਿੱਚ ਇੱਕ ਨੌਜਵਾਨ ਬੱਚਾ ਜੋ ਪਹਾੜੀਆਂ ਦੇ ਵਿੱਚ ਉਹ ਸੈਰ ਕਰ ਰਹੇ ਸੀ ਤੇ 50 ਫੁੱਟ ਡੂੰਘਾ ਮਾਈਨ ਸ਼ੈਫਟ ਦੇ ਵਿੱਚ ਡਿੱਗ ਪਿਆ ਤੇ ਉਸਨੇ ਕੋਸ਼ਿਸ਼ ਕਾਫੀ ਕੀਤੀ, ਪਰ ਕਿਉਂਕਿ 50 ਫੁੱਟ ਬਹੁਤ ਜ਼ਿਆਦਾ ਹੁੰਦੇ ਆ, ਚੜ੍ਹ ਨਹੀਂ ਸਕਿਆ। ਬਾਅਦ ਦੇ ਵਿੱਚ ਐਮਰਜੈਂਸੀ ਕਰੂ ਨੇ ਉਸ ਨੂੰ ਜਿਹੜਾ ਆ ਪੁੱਲ ਕੀਤਾ ਹੈਗਾ। ਇਹ ਪਲੇਸਰ ਕਾਉਂਟੀ ਦੀਆਂ ਪਹਾੜੀਆਂ ਦੇ ਵਿੱਚ ਸੀਗੀਆਂ ਤੇ ਕਹਿੰਦੇ ਵੀ ਇਹ ਜਿਹੜਾ ਏਰੀਆ ਆ ਬਹੁਤ ਜ਼ਿਆਦਾ ਰਗੜ ਆ। ਕਈ ਸਿੰਕਹੋਲਸ ਵੀ ਹੈਗੇ ਆ ਇਸ ਏਰੀਏ 'ਚ, ਕਈ ਮਾਈਨ ਦੀਆਂ ਸ਼ੈਫਟਸ ਵੀ ਹੈਗੀਆਂ। ਸੋ ਲੋਕ ਤੁਰਨ ਫਿਰਨ ਜਾਂਦੇ ਹੈਗੇ ਆ, ਘੁੰਮਣ ਜਾਂਦੇ ਆ ਤੇ ਕਈ ਵਾਰੀ ਪਤਾ ਨਹੀਂ ਲੱਗਦਾ ਤਾਂ ਬਿਲਕੁਲ ਜਾ ਕੇ ਟੋਏ ਦੇ ਵਿੱਚ ਡਿੱਗ ਪੈਂਦੇ ਹੈਗੇ ਆ। ਸੋ ਪਿਛਲੇ ਸਮੇਂ ਤੁਹਾਨੂੰ ਪਤਾ ਹੀ ਹੋਣਾ, ਦਸੰਬਰ ਦੇ ਵਿੱਚ ਇੱਕ 40 ਫੁੱਟ ਬਾਈ 40 ਫੁੱਟ ਦਾ ਸਿੰਕ ਹੋਲ ਆਲ ਆਫ ਸਡਨ ਨਿਊ ਜਰਸੀ 'ਚ ਹਾਈਵੇ 80 ਦੇ ਉੱਤੇ ਜਿਹੜਾ ਕ੍ਰੀਏਟ ਹੋ ਗਿਆ ਸੀ ਤੇ ਉਹਦੇ ਵਿੱਚ ਕਈ ਕਾਰਾਂ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਡਿੱਗ ਪਈਆਂ ਸੀਗੀਆਂ। ਸੋ ਇਸੇ ਤਰ੍ਹਾਂ ਪੈਂਸਿਲਵੇਨੀਆ 'ਚ ਵੀ ਇੱਕ ਸਿੰਕ ਹੋਲ ਇਦਾਂ ਦਾ ਜਿਹੜਾ ਕ੍ਰੀਏਟ ਹੋਇਆ ਸੀ। ਸੋ ਜੋ ਫਾਇਰ ਡਿਪਾਰਟਮੈਂਟ ਆ ਉਹ ਕਹਿ ਰਹੀ ਆ ਵੀ ਬਿਲਕੁਲ ਜੇ ਤੁਸੀਂ ਪਹਾੜੀਆਂ ਦੇ ਵਿੱਚ ਵਾਕਿੰਗ ਕਰਨ ਜਾਂਦੇ ਹੈਗੇ ਆ ਰਿਮੋਟ ਏਰੀਏ 'ਚ, ਇਸ ਗੱਲਾਂ ਦਾ ਜਿਹੜਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਉੱਥੇ ਡੂੰਘੇ ਟੋਏ ਜਾਂ ਪੁਰਾਣੀਆਂ ਜਿਹੜੀਆਂ ਖਾਨਾਂ ਆ ਮਾਈਨਸ, ਉਹਨਾਂ ਦੇ ਜੋ ਟੋਏ ਹੋ ਸਕਦੇ ਆ ਤੇ ਨੈਚੁਰਲੀ ਇਹਦੇ ਨਾਲ ਹੋਰ ਨੌਜਵਾਨ ਬੱਚੇ ਸੀਗੇ ਤਾਂ ਕਰਕੇ ਪਤਾ ਚੱਲ ਗਿਆ। ਜੇ ਇਕੱਲਾ ਹੀ ਹੁੰਦਾ ਤੇ ਪਤਾ ਵੀ ਨਹੀਂ ਲੱਗਣਾ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਫੈਡਰਲ ਜੱਜ ਨੇ ਅੱਜ ਉਸ ਬਲਾਕ ਲਾਉਣ ਦੇ ਉੱਤੇ ਨਾਂਹ ਕਰ ਦਿੱਤੀ ਜਿਸ ਦੇ ਵਿੱਚ ਈਲਨ ਮਸਕ ਤੇ ਡੌਜ ਨੂੰ ਲੈ ਕੇ ਕਾਫੀ ਜ਼ਿਆਦੀਆਂ ਦਰਜਨ ਭਰ ਜਿਹੜੀਆਂ ਬਲੂ ਸਟੇਟਸ ਆ ਉਹਨਾਂ ਨੇ ਜੱਜ ਨੂੰ ਆਖਿਆ ਸੀਗਾ ਵੀ ਭਾਈ ਇਹਨੂੰ ਫੈਡਰਲ ਡਾਟਾ ਜਾਂ ਵਰਕਰ ਲੇ ਆਫ ਕਰਨ ਤੋਂ ਰੋਕਿਆ ਜਾਵੇ। ਫੈਡਰਲ ਜੱਜ ਕਹਿੰਦੇ ਵੀ ਇਸ ਦੇ ਉੱਤੇ ਉਹ ਬਲਾਕ ਨਹੀਂ ਲਗਾਉਣਗੇ। ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਤੇ ਈਲਨ ਮਸਕ ਇਸ ਟਾਈਮ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ। US ਡਿਸਟ੍ਰਿਕਟ ਜੱਜ ਤਾਨਿਆ ਚਟਕਨ, ਉਹਨਾਂ ਦੇ ਮੋਹਰੇ ਜਿਹੜੇ 14 ਡੈਮੋਕ੍ਰੇਟ ਸਟੇਟਸ ਆ ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਡੌਜ ਦੀ ਜਿਹੜੀ ਅਥਾਰਟੀ ਆ ਉਸ ਨੂੰ ਚੈਲੰਜ ਕਰਦੇ ਹੋਏ। ਅਟਾਰਨੀ ਜਨਰਲ ਦਾ ਉਹਨਾਂ ਨੇ ਇਹ ਜਿਹੜਾ ਤਰਕ ਰੱਖਿਆ ਸੀਗਾ ਵੀ ਜਿਹੜਾ ਮਸਕ ਦੇ ਕੋਲ ਇਹ ਤਾਕਤ ਆ ਸੰਵਿਧਾਨ ਦੇ ਵਿੱਚ, ਕਹਿੰਦੇ ਵੀ ਇਹ ਇਲੈਕਟਿਡ ਜਾਂ ਸੈਨੇਟ ਦੇ ਕੋਲ ਕਨਫਰਮਡ ਲੋਕਾਂ ਕੋਲ ਹੀ ਹੋ ਸਕਦੀ ਆ, ਇਹ ਅਨਇਲੈਕਟਿਡ ਬੰਦੇ ਦੇ ਕੋਲ ਅਜਿਹੀ ਪਾਵਰ ਨਹੀਂ ਹੋ ਸਕਦੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਮੇਨਟੇਨ ਕੀਤਾ ਵੀ ਜਿਹੜੀਆਂ ਲੇਅਪਸ ਆ ਏਜੰਸੀ ਹੈਡਸ ਨੂੰ ਜਿਹੜਾ ਉਹ ਦੱਸਿਆ ਆ ਵੀ ਭਾਈ ਇਹ ਇਸ ਟਾਈਮ ਇਹ ਅੱਗੇ ਵੱਧਦੀਆਂ ਜਿਹੜੀਆਂ ਉਹ ਰਹਿਣਗੀਆਂ। ਉਹਨਾਂ ਨੇ ਅੱਜ ਕਲੀਅਰ ਕੀਤਾ ਵੀ ਡੇ ਟੂ ਡੇ ਆਪਰੇਸ਼ਨ ਦੇ ਵਿੱਚ ਡੌਜ ਦੇ ਵਿੱਚ ਮਸਕ ਮੇਨ ਸੂਤਰਧਾਰ ਨਹੀਂ ਆ, ਇਹ ਸਿਰਫ ਐਜ਼ ਏ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਟਰੰਪ ਹੋਣਾ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ। ਸੋ ਜਿਹੜੇ ਬਹੁਤ ਸਾਰੇ ਲਾਸੂਟਸ ਆ ਡੌਜ ਦੇ ਉਲਟ ਲਾ ਨੂੰ ਵਾਇਲੇਟ ਕਰਨ ਦੇ ਤਰਕ ਦੇ ਨਾਲ ਫਾਈਲ ਕੀਤੇ ਜਾ ਚੁੱਕੇ ਹੈਗੇ ਆ। ਅੱਜ ਪਹਿਲਾ ਝਟਕਾ ਜਿਹੜੀਆਂ ਬਲੂ ਸਟੇਟਸ ਨੂੰ ਲੱਗਾ ਆ ਤੇ ਕਹਿ ਸਕਦੇ ਵੀ ਟਰੰਪ ਹੋਣਾ ਦੀ ਇਸ ਦੇ ਵਿੱਚ ਜਿੱਤ ਹੋਈ ਆ। ਨਿਊ ਮੈਕਸੀਕੋ ਤੇ ਐਰੀਜ਼ੋਨਾ ਨੇ ਜਿਹੜਾ ਰੈਕੋਗਨਾਈਜ਼ ਕੀਤਾ ਵੀ ਇਹ ਜਿਹੜੀਆਂ ਕੰਸਰਨਡ ਜਿਹੜੀਆਂ ਹੈਗੀਆਂ ਸਟੇਟਸ ਦਾ, ਇਹਨਾਂ ਸੂਬਿਆਂ ਨੂੰ ਵੀ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਐਡ ਜ਼ਰੂਰ ਕਰ ਲਿਆ ਹੈਗਾ ਆ।
ਪਰ ਜਿਹੜੇ ਜੱਜ ਚਟਕਨ ਆ, ਜਿਨ੍ਹਾਂ ਨੂੰ ਡੈਮੋਕ੍ਰੇਟ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਅਪੁਆਇੰਟ ਕੀਤਾ ਸੀ, ਨੋਮੀਨੇਟ ਜਿਹੜਾ ਉਹ ਕੀਤਾ ਸੀ, ਉਹਨਾਂ ਨੇ ਹੀ ਜਿਹੜਾ ਇੱਕ ਹੁਣ ਡਿਸਮਿਸ ਹੋ ਚੁੱਕਾ ਕ੍ਰਿਮੀਨਲ ਇਲੈਕਸ਼ਨ ਇੰਟਰਫੇਰੈਂਸ ਕੇਸ ਟਰੰਪ ਹੋਣਾ ਦੀ ਸੁਣਵਾਈ ਜਿਹੜੀ ਉਹ ਲਈ ਸੀ, ਉਹਨਾਂ ਨੇ ਕਿਹਾ ਆ ਵੀ ਭਾਈ ਅਸੀਂ ਡੌਜ ਦੇ ਇਸ ਪਾਵਰ ਨੂੰ ਜਾਂ ਮਸਕ ਦੀ ਇਸ ਪਾਵਰ ਨੂੰ ਲੇ ਆਫ ਕਰਨ ਦੇ ਲਈ ਤੇ ਜਿਹੜਾ ਫੈਡਰਲ ਡਾਟਾ ਆ ਉਸ ਨੂੰ ਰੋਕਣ ਦੇ ਲਈ ਜਿਹੜੀ ਉਹ ਨਾ ਅਸੀਂ ਜਿਹੜੀ ਰੋਕਣ ਦੀ ਕੋਸ਼ਿਸ਼ ਕਰਦੇ ਉਹ ਅਸੀਂ ਰੋਕਣ ਨਹੀਂ ਦੇਵਾਂਗੇ, ਉਹ ਜਿੱਦਾਂ ਚੱਲ ਰਹੀ ਆ ਉਹ ਚੱਲੇਗੀ। ਹਾਲ ਦੀ ਘੜੀ ਡੌਜ ਦੇ ਕਹਿ ਸਕਦੇ ਹਾਂ ਵੀ ਚੌਪਿੰਗ ਬੋਰਡ ਦੇ ਉੱਤੇ ਆਫਿਸ ਆਫ ਪਰਸਨਲ ਮੈਨੇਜਮੈਂਟ, ਐਜੂਕੇਸ਼ਨ ਡਿਪਾਰਟਮੈਂਟ, ਲੇਬਰ ਡਿਪਾਰਟਮੈਂਟ, ਹੈਲਥ ਐਂਡ ਹਿਊਮਨ ਸਰਵਿਸਿਜ਼, ਐਨਰਜੀ ਡਿਪਾਰਟਮੈਂਟ, ਟਰਾਂਸਪੋਰਟੇਸ਼ਨ ਤੇ ਕਾਮਰਸ ਡਿਪਾਰਟਮੈਂਟ ਆ ਚੁੱਕਾ ਆ। ਇਸੇ ਤਰ੍ਹਾਂ ਅੱਜ ਇੱਕ ਹਾਈ ਰੈਂਕਿੰਗ ਡੀਐਸ ਦੀ ਫੈਡਰਲ ਪ੍ਰੋਸੀਕਿਊਟਰ ਨੇ ਅਸਤੀਫਾ ਦੇ ਦਿੱਤਾ ਹੈ, ਕਿਉਂਕਿ ਈਪੀਏ ਦੇ ਜਿਹੜੇ ਫੰਡਸ ਆ ਉਹ ਫਰੀਜ਼ ਕਰ ਦਿੱਤੇ ਗਏ ਹੈਗੇ ਆ। ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਕ੍ਰਿਮੀਨਲ ਡਿਵੀਜ਼ਨ ਚੀਫ ਨੇ ਰਿਫਿਊਜ਼ ਕਰ ਦਿੱਤਾ ਵੀ ਡਿਪਾਰਟਮੈਂਟ ਆਫ ਜਸਟਿਸ ਜੋ ਆ ਉਹ ਆਪਣੀਆਂ ਪਾਵਰਸ ਨੂੰ ਯੂਜ਼ ਕਰੇ ਤਾਂ ਕਿ ਬੈਂਕਾਂ ਨੂੰ ਤੇ ਇੱਕ ਲੈਕ ਆਫ ਐਵੀਡੈਂਸ ਆਫ ਅ ਕ੍ਰਾਈਮ ਆਫਟਰ ਜਿਹੜੇ ਟਰੰਪ ਉਹਨਾਂ ਦੇ ਅਪਾਇੰਟੀਜ਼ ਆ ਉਹਨਾਂ ਦੀ ਇਨਵੈਸਟੀਗੇਸ਼ਨ ਹੋਵੇ। ਇਸ ਕਰਕੇ ਵੈਟਰਨ ਪ੍ਰੋਸੀਕਿਊਟਰ ਡਨੀਸ ਚਿਓਂਗ ਉਹਨਾਂ ਨੇ ਰਿਜ਼ਾਈਨ ਦਿੱਤਾ ਹੈ ਡਿਪਾਰਟਮੈਂਟ ਆਫ ਜਸਟਿਸ ਤੋਂ। ਤੇ ਕਹਿੰਦੇ ਭਈ $20 ਬਿਲੀਅਨ ਦੀ ਜਿਹੜੀ ਗ੍ਰਾਂਟ ਆ ਉਹ ਰੀਸੈਂਡ ਕੀਤੀ ਗਈ ਸੀ, ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਕੈਂਸਲ ਕੀਤਾ ਗਿਆ ਸੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ 80% ਜਿਹੜੇ ਨਵੇਂ ਘਰ ਬਣ ਰਹੇ ਆ ਉਹ ਫਾਇਰ ਵਾਲੇ ਏਰੀਏ ਦੇ ਵਿੱਚ ਆ। ਪਿਛਲੇ ਮਹੀਨਿਆਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਬਿਲੀਅਨਸ ਆਫ ਡਾਲਰ ਦਾ ਲਾਸ ਐਂਜਲਸ ਏਰੀਏ ਦੇ ਵਿੱਚ ਨੁਕਸਾਨ ਹੋਇਆ। ਦਰਜਨਾਂ ਦੇ ਕਰੀਬ ਲੋਕ ਜੋ ਆ ਉਹ ਮਾਰੇ ਵੀ ਗਏ ਆ। ਪਰ ਜਿਹੜੀ ਸਿਚੁਏਸ਼ਨ ਆ ਉਹਨਾਂ ਘਰਾਂ ਨੂੰ ਇੰਸ਼ੋਰ ਕਰਨ ਦੀ ਉਹ ਕਾਫੀ ਹੁਣ ਵਰਸ ਹੁੰਦੀ ਜਾਂਦੀ ਹੈਗੀ ਆ। 1990 ਚ 13% ਦੇ ਕਰੀਬ ਜਿਹੜੇ ਨਵੇਂ ਘਰ ਬਣਦੇ ਸੀ ਉਹ ਹਾਈ ਰਿਸਕ ਆਫ ਫਾਇਰ ਏਰੀਏ ਚ ਹੁੰਦੇ ਸੀ। 2020 ਚ ਇਹ ਨੰਬਰ ਵੱਧ ਕੇ 31% ਦੇ ਕਰੀਬ ਹੋ ਗਿਆ, ਕਿਉਂਕਿ ਲੋਕ ਸਮੁੰਦਰ ਦੇ ਲਾਗੇ, ਪਹਾੜੀਆਂ ਦੇ ਉੱਤੇ ਜਿਹੜੇ ਘਰ ਬਣਾਉਣ ਦੇ ਲਈ ਜਿਹੜੇ ਕਾਲੇ ਪਏ ਹੋਏ ਆ। ਸੋ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ। ਹੁਣ ਸਿਚੁਏਸ਼ਨ ਕੀ ਬਣਦੀ ਜਾ ਰਹੀ ਆ ਭਈ ਪਿਛਲੇ ਦਿਨਾਂ ਦੇ ਵਿੱਚ ਸਟੇਟ ਫਾਰਮ ਇੰਸ਼ੋਰੈਂਸ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਇਹ ਫਾਈਲ ਕੀਤਾ ਸੀ ਵੀ ਸਾਡੇ ਜਿਹੜੇ ਰੇਟ ਆ 22% ਇਮੀਡੀਏਟਲੀ ਇਨਕਰੀਜ਼ ਕੀਤੇ ਜਾਣ। ਪਰ ਜਿਹੜਾ ਸਟੇਟ ਦਾ ਇੰਸ਼ੋਰੈਂਸ ਕਮਿਸ਼ਨਰ ਹੈਗਾ ਰਿਕਾਰਡੋ ਲਾਰਾ, ਉਹਨਾਂ ਨੇ ਇਹ ਕਿਹਾ ਵੀ ਨਹੀਂ, ਤੁਸੀਂ ਰੇਟ ਇਨਕਰੀਜ਼ ਨਹੀਂ ਕਰ ਸਕਦੇ ਹੈਗੇ। ਅੱਜ ਸਟੇਟ ਫਾਰਮ ਇੰਸ਼ੋਰੈਂਸ, ਜਿਹੜੀ ਸਟੇਟ ਫਾਰਮ ਜਨਰਲ ਇੰਸ਼ੋਰੈਂਸ ਕੰਪਨੀ ਆ, ਉਹਨਾਂ ਨੇ ਆਪਣੀ ਸਟੇਟਮੈਂਟ ਜਾਰੀ ਕੀਤੀ ਆ। ਉਹ ਕਹਿੰਦੇ ਵੀ ਅਸੀਂ ਬਹੁਤ ਡਿਸਪੁਆਇੰਟਡ ਆ, ਕਮਿਸ਼ਨਰ ਨੇ ਘਰਾਂ ਦੀਆਂ ਇੰਸ਼ੋਰੈਂਸਾਂ ਦੇ ਰੇਟ ਇਨਕਰੀਜ਼ ਕਰਨ ਨਹੀਂ ਦਿੱਤੇ ਹੈਗੇ। ਕਹਿੰਦੇ ਵੀ ਬਹੁਤ ਸਾਲ ਹੋ ਗਏ, ਜਿਸ ਹਿਸਾਬ ਦੇ ਨਾਲ ਰੇਟ ਸੈਟਅਪ ਕੀਤੇ ਗਏ ਸੀ, ਘਰਾਂ ਦੀਆਂ ਕੀਮਤਾਂ ਤੇ ਕਾਸਟ ਆਫ ਕੰਸਟਰਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ, ਪਰ ਇੰਸ਼ੋਰੈਂਸ ਦੇ ਵਿੱਚ ਜਿਹੜਾ ਆ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਵਿੱਚ ਉਨਾ ਜ਼ਿਆਦਾ ਵਾਧਾ ਨਹੀਂ ਹੋਇਆ। ਸਟੇਟ ਫਾਰਮ ਵਾਲੇ ਕਹਿੰਦੇ ਆ ਵੀ ਪਹਿਲਾਂ ਸੈਂਟਾ ਰੋਜ਼ਾ ਦੇ ਵਿੱਚ ਬਿਲੀਅਨਸ ਆਫ ਡਾਲਰ ਸਾਡਾ ਕੁਝ ਸਾਲ ਪਹਿਲਾਂ ਨੁਕਸਾਨ ਹੋਇਆ ਜਦੋਂ ਬਹੁਤ ਵੱਡੀ ਫਾਇਰ ਲੱਗੀ ਸੀ, ਤੇ ਹੁਣ ਲਾਸ ਐਂਜਲਸ ਸਦਰਨ ਕੈਲੀਫੋਰਨੀਆ ਦੇ ਏਰੀਏ ਦੇ ਵਿੱਚ 8700 ਕਲੇਮ ਕਹਿੰਦੇ ਅਸੀਂ ਆਲਰੇਡੀ ਐਜ਼ ਆਫ ਫੈਬਰੂਰੀ 1 ਦੇ ਚੁੱਕੇ ਆ, ਜਿਹੜਾ ਕਿ $1 ਬਿਲੀਅਨ ਤੋਂ ਉੱਪਰ ਬਣਦਾ ਆ। ਸੋ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਆ ਵੀ ਦੇਖੋ ਇੰਸ਼ੋਰੈਂਸ ਕੰਪਨੀਆਂ ਪੈਸੇ ਇਕੱਠੇ ਕਰਦੀਆਂ ਰਹਿੰਦੀਆਂ ਤੇ ਜਦੋਂ ਉਹਨਾਂ ਨੂੰ ਪੈਸੇ ਦੇਣ ਦੀ ਵਾਰੀ ਆਉਂਦੀ ਆ ਤਾਂ ਫਿਰ ਉਹ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ। ਸਟੇਟ ਫਾਰਮ ਨੇ ਇਹ ਕਿਹਾ ਵੀ ਰੈਕਡ ਉਹਨੇ ਪੇਸ਼ ਕੀਤੇ ਆ ਵੀ ਪਿਛਲੇ 9 ਸਾਲਾਂ ਤੋਂ ਲਗਾਤਾਰ ਕਹਿੰਦੇ ਵੀ ਜੇ ਅਸੀਂ $1 ਕਲੈਕਟ ਕਰਦੇ ਆ ਤੇ ਸਾਨੂੰ $1 ਤੇ 26 ਸੈਂਟ ਪੇ ਕਰਨੇ ਪੈਂਦੇ ਆ। ਸੋ ਮੰਨ ਲਓ ਵੀ ਜੇ $1000 ਦਾ ਪ੍ਰੀਮੀਅਮ ਆ ਤੇ $1126 ਉਹ ਕਲੇਮ ਵਿੱਚ ਉਹਨਾਂ ਨੂੰ ਪੇ ਕਰਨਾ ਪੈਂਦਾ, ਜੋ ਕਿ $5 ਬਿਲੀਅਨ ਅੰਡਰ ਰਾਈਟਿੰਗ ਲਾਸਸ ਬਣਦਾ ਹੈਗਾ। ਉਹ ਕਹਿੰਦੇ ਵੀ ਜੇ ਸਿਚੁਏਸ਼ਨ ਇਹ ਚੱਲਦੀ ਰਹੀ ਤਾਂ ਅਸੀਂ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੇ ਹਾਂ। ਅੱਜ ਸਟੇਟ ਫਾਰਮ ਇੰਸ਼ੋਰੈਂਸ ਨੇ ਧਮਕੀ ਦਿੱਤੀ ਆ ਵੀ ਜੇ ਸਾਡੇ ਰੇਟ ਨਾ ਵਧਾਏ ਗਏ ਤੇ ਅਸੀਂ ਕੈਲੀਫੋਰਨੀਆ ਦੀ ਸਟੇਟ ਨੂੰ ਛੱਡ ਦੇਵਾਂਗੇ। ਉਹਦੇ ਨਾਲ ਕੀ ਹੋਣਾ ਵੀ ਕੈਲੀਫੋਰਨੀਆ ਦੇ ਵਿੱਚ ਨੰਬਰ 1 ਘਰਾਂ ਦੀ ਇੰਸ਼ੋਰੈਂਸ ਜਿਹੜੀ ਕੰਪਨੀ, ਜਿਹੜੀ ਦੇਖਿਆ ਜਾਵੇ ਜਿਨ੍ਹਾਂ ਦੇ ਕੋਲ ਜ਼ਿਆਦਾ ਘਰ ਇੰਸ਼ੋਰਡ ਆ, ਉਹ ਸਟੇਟ ਫਾਰਮ ਇੰਸ਼ੋਰੈਂਸ ਆ। ਸੋ ਜੇ ਇੱਡੀ ਵੱਡੀ, ਜੇ ਮੇਰੇ ਖਿਆਲ ਨਾਲ 30% ਦੇ ਕਰੀਬ
ਕੈਲੀਫੋਰਨੀਆ ਦੇ ਘਰ ਜਿਹੜੇ ਆ ਉਹ ਸਟੇਟ ਫਾਰਮ ਇੰਸ਼ੋਰੈਂਸ ਕੰਪਨੀ ਕੋਲ ਇੰਸ਼ੋਰਡ ਆ। ਜੇ ਉਹ ਇੱਥੋਂ ਛੱਡ ਜਾਂਦੀ ਆ ਤੇ ਆਮ ਲੋਕਾਂ ਦੇ ਲਈ ਫਿਰ ਇਹ ਬਹੁਤ ਵੱਡਾ ਚੈਲੰਜ ਹੋਊਗਾ। ਸੋ ਇਹ ਇਕੱਲਾ 22% ਰੇਟ ਨਹੀਂ, ਫਿਰ ਇਹ ਬਹੁਤ ਜ਼ਿਆਦਾ ਜਿਹੜੀਆਂ ਕੰਪਨੀਆਂ ਰਹੂਗੀਆਂ ਵੀ ਉਹ ਬਹੁਤ ਜ਼ਿਆਦਾ ਰੇਟ ਇਨਕਰੀਜ਼ ਕਰਨਗੀਆਂ। ਹੈ ਤਾਂ ਹੁਣ ਵੈਸੇ ਜਿਹੜਾ ਹਰਜੋਤ ਸਿੰਘ ਜੀ ਹੋਮ ਓਨਰ ਦੇ ਨਾਲ ਲੋਕਾਂ ਦੇ ਨਾਲ ਇਹ ਧੱਕਾ ਹੀ ਜਿਹੜਾ ਉਹ ਹੋਣ ਜਾ ਰਿਹਾ, ਨੋ ਡਾਊਟ। ਚਲੋ ਇਸ ਵਾਰ ਉਹਨਾਂ ਨੂੰ ਬਹੁਤ ਜ਼ਿਆਦਾ ਮਨੀ ਦੇਣੀ ਪਈ ਆ, ਪਰ ਪਿਛਲੇ ਇੰਨੇ ਸਾਲਾਂ 'ਚ ਜਦੋਂ ਅੱਗ ਨਹੀਂ ਸੀ ਲੱਗਦੀ ਤਾਂ ਉਹ ਪ੍ਰੀਮੀਅਮ ਕੋਲ ਹੀ ਜਿਹੜਾ ਉਹਨਾਂ ਤੇ ਜਾ ਰਿਹਾ ਸੀ। ਅਕਸਰ ਇਹ ਲੋਕਾਂ ਦੀ ਇਹੀ ਗੱਲ ਜਿਹੜੀ ਉਹ ਰਹਿੰਦੀ ਆ, ਪਰ ਹਾਲਾਤ ਜਿਹੜੇ ਇੱਥੇ ਘਰ ਓਨ ਕਰਨ ਵਾਲਿਆਂ ਦੇ ਲਈ ਜਿਹੜੇ ਹੋਰ ਵੀ ਮਾੜੇ ਹੋਣਗੇ। ਕੱਲਾ ਇਹੀ ਨਹੀਂ, ਰੈਂਟਲ ਪ੍ਰਾਪਰਟੀਜ਼ ਦੇ ਜਿਹੜੇ ਰੈਂਟਰ ਰਹਿੰਦੇ ਆ ਉਹ ਵੀ ਇੰਸ਼ੋਰੈਂਸ ਜਿਹੜੀ ਲਗਾਤਾਰ ਉਹ ਹੁਣ ਵੱਧਦੀ ਜਾ ਰਹੀ ਆ। ਸੋ ਇੰਸ਼ੋਰੈਂਸ ਦੇ ਲਈ ਲੋਕਾਂ ਨੂੰ ਮੈਨੂੰ ਲੱਗਦਾ ਇਹ ਨਾ ਹੋਵੇ ਵੀ ਹੁਣ ਦੂਜੀ ਜੌਬ ਆ ਉਹ ਵੱਖਰੀ ਉਹੀ ਕਰਨੀ ਪਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਤੌਖਲੇ ਚੱਲ ਰਹੇ ਆ। ਯਾਦ ਹੋਣਾ ਆ ਡੇਢ ਵੀਕ ਪਹਿਲਾਂ ਇਹ ਦੱਸਿਆ ਗਿਆ ਸੀਗਾ ਵੀ LA ਦੇ ਵਿੱਚ ਨੌਕ ਔਨ ਦਾ ਡੋਰ ਆਈਸ ਰੇਡਸ ਜਿਹੜੀਆਂ ਆ ਉਹ ਸ਼ੁਰੂ ਹੋ ਸਕਦੀਆਂ ਆ। ਉਧਰ LA ਦੇ ਹੀ ਜਿਹੜੇ ਕਈ ਅਟਰਨੀਜ਼ ਆ ਉਹ ਹੁਣ ਟਿਪਸ ਦੇ ਰਹੇ ਆ ਲੋਕਾਂ ਨੂੰ ਵੀ ਜੇ ਤੁਹਾਨੂੰ ਅਪਰੋਚ ਕੀਤਾ ਜਾਂਦਾ ਆ ਏਜੰਟਸ ਦੇ ਦੁਆਰਾ ਤਾਂ ਤੁਸੀਂ ਜਿਹੜਾ ਉਹ ਕੀ ਕਰ ਸਕਦੇ ਆ। ਇੰਪੋਰਟੈਂਟ ਡਾਕੂਮੈਂਟਸ ਕਹਿੰਦੇ, ਇੱਕ ਅਟਰਨੀ ਰਬੈਕਾ ਮਡੀਨਾ ਆ, ਉਹਨੇ ਕਿਹਾ ਵੀ ਜਿਹੜੇ ਆਈਸ ਦੀਆਂ ਰੇਡਸ ਜਿਹੜੀਆਂ LA ਦੇ ਵਿੱਚ ਹੋਣ ਜਾ ਰਹੀਆਂ ਆ, ਜਿਹੜੇ ਲੋਕ ਰਿਸਕ ਤੇ ਆ, ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ US ਦੇ ਵਿੱਚ ਜੇ ਉਹਨਾਂ ਨੂੰ 2 ਸਾਲ ਤੋਂ ਘੱਟ ਦਾ ਵਕਤ ਹੋਇਆ ਆ, ਕਹਿੰਦੇ ਵੀ ਤੁਸੀਂ ਆਹ ਜਿਹੜੇ ਡਾਕੂਮੈਂਟਸ ਆ ਆਪਣੇ ਕੋਲ ਰੱਖੋ। ਸੋ ਸਾਰੇ ਜਣੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਇਹ ਜਿਹੜੀ ਗੱਲ ਆ ਹੁਣ ਧਿਆਨ ਦੇ ਨਾਲ ਸੁਣਨ ਦੀ ਲੋੜ ਆ। ਇਹ ਇੱਕ ਅਟਰਨੀ ਨੇ ਰਬੈਕਾ ਮਡੀਨਾ ਉਹ ਦੱਸ ਰਹੇ ਆ, ਕਹਿੰਦੇ ਯੂਟਿਲਿਟੀ ਬਿਲਸ, ਬੈਂਕ ਸਟੇਟਮੈਂਟਸ, ਕੋਈ ਤੁਹਾਡੀ ਜਿਮ ਦੀ ਮੈਂਬਰਸ਼ਿਪ ਆ, ਚਾਹੇ ਕਾਸਕੋ ਦੀ ਆ, AAA ਦੀ ਆ, ਕੋਈ ਇੰਸ਼ੋਰੈਂਸ ਦਾ ਪੇਪਰ ਹੈਗਾ ਜਿਹਦੇ ਵਿੱਚ ਤੁਹਾਡਾ ਨਾਮ ਤੇ ਡੇਟ ਜਿਹੜੀ ਹੋਵੇ, ਜਿਹੜੀ ਇਹ ਦਿਖਾ ਸਕੇ ਵੀ ਤੁਹਾਨੂੰ ਘੱਟੋ ਘੱਟ 2 ਸਾਲ ਹੋ ਗਏ ਆ US ਦੇ ਵਿੱਚ ਰਹਿੰਦਿਆਂ ਹੋਇਆਂ, ਤਾਂ ਉਹ ਤੁਹਾਡੇ ਲਈ ਇੱਕ ਹਿਸਾਬ ਦੇ ਨਾਲ ਲਾਭਦਾਇਕ ਹੋ ਸਕਦੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਆ ਉਹ ਰੈਡੀ ਰਹਿਣ ਨੌਕ ਐਂਡ ਟਾਕ ਵਿਜ਼ਿਟਸ ਜਿਹੜੀਆਂ ਆਈਸ ਏਜੰਟਸ ਦੇ ਜਿਹੜਾ ਉਹ ਦੁਆਰਾ। ਕਹਿੰਦੇ ਵੀ ਅੰਦਰ ਆਉਣ ਦੇ ਲਈ ਤੁਸੀਂ ਤਾਂ ਹੀ ਓਕੇ ਕਰੋ ਜੇ ਤੁਹਾਨੂੰ ਕੋਈ ਵਾਰੰਟ ਜੱਜ ਦਾ ਸਾਈਨਡ ਨਜ਼ਰ ਆਉਂਦਾ ਆ, ਤੇ ਮੇਕ ਸ਼ੋਰ ਕਰਨਾ ਵੀ ਤੁਹਾਡਾ ਜਿਹੜਾ ਨਾਮ ਆ ਉਸ ਵਾਰੰਟ ਦੇ ਉੱਤੇ ਸਹੀ ਢੰਗ ਦੇ ਨਾਲ ਐਗਜ਼ੈਕਟਲੀ ਉਸੇ ਹਿਸਾਬ ਦੇ ਨਾਲ ਲਿਖਿਆ ਹੋਵੇ ਜਿੱਦਾਂ ਤੁਹਾਡਾ ਅਧਿਕਾਰਿਤ ਨਾਮ ਆ। ਇੱਕ ਵੀ ਅੱਖਰ ਦੀ ਮਿਸਟੇਕ ਤੋਂ ਤੁਸੀਂ ਉਹਨਾਂ ਨੂੰ ਕਹਿੰਦੇ ਨਾ ਕਰ ਸਕਦੇ ਆ। ਡੋਰ ਤੁਹਾਨੂੰ ਕਹਿੰਦੇ ਵੀ ਉਨੀ ਦੇਰ ਤੱਕ ਖੋਲਣ ਦੀ ਲੋੜ ਨਹੀਂ ਆ। ਏਜੰਟ ਨੂੰ ਤੁਸੀਂ ਕਹਿਣਾ ਆ ਵੀ ਆਪਣਾ ਜਿਹੜਾ ਵਾਰੰਟ ਆ ਉਹ ਡੋਰ ਦੇ ਹੇਠਾਂ ਥਾਣੀ ਸਲਾਈਡ ਕਰੋ ਜਾਂ ਵਿੰਡੋ ਦੇ ਵਿੱਚ ਦਿਖਾਓ। ਜਦੋਂ ਤੁਹਾਨੂੰ ਲੱਗਦਾ ਵੀ ਹਾਂ ਸਾਰਾ ਕੁਝ ਠੀਕ ਆ, ਫਿਰ ਉਸ ਤੋਂ ਬਾਅਦ ਚ ਹੀ ਤੁਸੀਂ ਅੱਗੇ ਗੱਲ ਜਿਹੜੀ ਉਹ ਕਰੋ। ਜਿੰਨੀ ਦੇਰ ਤੱਕ ਕਹਿੰਦੇ ਤੁਸੀਂ ਜੁਡੀਸ਼ੀਅਲ ਵਾਰੰਟ ਨਹੀਂ ਦੇਖਦੇ ਤਾਂ ਉਨੀ ਦੇਰ ਤੱਕ ਤੁਹਾਨੂੰ ਡੋਰ ਖੋਲਣ ਦੀ ਲੋੜ ਨਹੀਂ ਆ। ਧੱਕਾ ਜਿਹੜਾ ਆ ਉਹ ਨਹੀਂ ਕਰ ਸਕਦੇ ਹੈਗੇ। ਕਹਿੰਦੇ ਵੀ ਚਾਹੇ ਤੁਸੀਂ ਪਬਲਿਕ ਦੇ ਵਿੱਚ ਆ ਜਾਂ ਪ੍ਰਾਈਵੇਟ ਪ੍ਰਾਪਰਟੀ ਚ ਆ, ਸਟਿਲ ਕਹਿੰਦੇ ਵੀ ਤੁਹਾਡੀ ਇੱਕ ਹਿਸਾਬ ਦੇ ਨਾਲ ਉਹ ਇੰਟਰਨਲੀ ਜਿਹੜੀ ਆ ਉਹ ਇੱਕ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਸੋ ਕ੍ਰਿਮੀਨਲ ਲਾ ਵਾਇਓਲੇਸ਼ਨ, ਸਿਵਲ ਵਾਇਓਲੇਸ਼ਨ ਆਫ ਇਮੀਗ੍ਰੇਸ਼ਨ ਲਾ, ਇਹ ਕਈ ਤਰੀਕੇ ਦੀਆਂ ਜਿਹੜੀਆਂ ਲੀਗਲ ਡਿਸਟਿੰਕਸ਼ਨਸ ਆ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆਉਣਗੀਆਂ। ਸੋ ਜਿਹੜੇ ਵੀ ਲੋਕ ਨੇ ਜਿਹੜੇ ਸੁਣ ਰਹੇ ਨੇ, ਜਿਨ੍ਹਾਂ ਨੂੰ 2 ਸਾਲ ਤੋਂ ਵੱਧ ਦਾ ਵਕਤ ਹੋ ਚੁੱਕਾ ਆ ਅਮਰੀਕਾ ਦੇ ਵਿੱਚ ਆਇਆ ਹੋਇਆਂ ਨੂੰ, ਤੇ ਉਹ ਜਿਹੜਾ ਜ਼ਰੂਰ ਕਹਿੰਦੇ ਵੀ ਇਹ ਡਾਕੂਮੈਂਟਸ ਆਪਣੇ ਕੋਲ ਰੱਖਣ ਜਿਹ ਚ ਚਾਹੇ ਤੁਹਾਡਾ ਯੂਟਿਲਿਟੀ ਬਿੱਲ ਆ, ਬੈਂਕ ਸਟੇਟਮੈਂਟ ਆ, ਮੈਂਬਰਸ਼ਿਪਸ ਆ, ਜਿਹਦੇ ਵਿੱਚ ਤੁਹਾਡਾ ਨਾਮ ਤੇ ਡੇਟ ਇਹ ਸ਼ੋ ਕਰਦੀ ਹੋਵੇ ਵੀ ਤੁਹਾਨੂੰ 2 ਸਾਲ ਤੋਂ ਵੱਧ ਦਾ ਵਕਤ ਇੱਥੇ ਹੋ ਚੁੱਕਾ ਆ। ਚਾਹੇ ਤੁਹਾਡਾ ਵਰਕ ਪਰਮਿਟ ਆ, ਚਾਹੇ ਤੁਹਾਡਾ ਕੇਸ ਲੱਗਾ ਆ, ਕੇਸ ਦੀ ਤਰੀਕ ਆ, ਜਾਂ ਪਹਿਲੋਂ ਸੀ ਨੋਟਿਸ ਟੂ ਅਪੀਅਰ ਆ, ਹੋਰ ਕਈ ਕੁਛ ਜਿਹੜੀਆਂ ਚੀਜ਼ਾਂ ਆ ਉਹ ਤੁਹਾਨੂੰ ਐਟਲੀਸਟ ਆਪਣੇ ਫੋਨ ਦੇ ਵਿੱਚ ਜ਼ਰੂਰ ਰੱਖਣੀਆਂ ਚਾਹੀਦੀਆਂ ਆ। ਬਹੁਤ ਸਾਰੇ ਇੱਕ ਰੈੱਡ ਕਾਰਡਸ ਦੇ ਜਿਹੜੇ ਹਰਜੋਤ ਸਿੰਘ ਜੀ ਉਹ ਲੋਕਾਂ ਨੂੰ ਜਿਹੜੀਆਂ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪਸ ਆ ਉਹਨਾਂ ਦੁਆਰਾ ਦਿੱਤੇ ਜਾ ਰਹੇ ਆ। ਉੱਦਾਂ ਇਸ ਚੀਜ਼ ਦੇ ਉੱਤੇ ਜਿਹੜੇ ਟੌਮ ਹੋਮਨ ਆ ਉਹ ਨਾਰਾਜ਼ ਨਜ਼ਰ ਆਏ ਸੀਗੇ। ਕਹਿੰਦੇ ਵੀ ਲੋਕਾਂ ਨੂੰ ਲਾਅ ਦਾ ਪਤਾ ਨਹੀਂ ਕਿੱਥੋਂ ਪਤਾ ਲੱਗੀ ਜਾ ਰਿਹਾ ਆ, ਤੇ ਸਾਡਾ ਜਿਹੜਾ ਐਨਫੋਰਸਮੈਂਟ ਦਾ ਕੰਮ ਆ, ਕ੍ਰੈਕਡਾਊਨ ਦਾ ਕੰਮ ਆ, ਉਹ ਤੁਹਾਨੂੰ ਥੋੜਾ ਔਖਾ ਜਿਹੜਾ ਉਹ ਕਰਨਾ ਪੈ ਰਿਹਾ ਆ। ਉਹਨਾਂ ਨੇ ਤਾਂ AOC ਦੇ ਉੱਤੇ ਵੀ ਕਿਹਾ ਸੀ ਵੀ ਐਕਸ਼ਨ ਲਿਆ ਜਾਵੇ ਅਲੈਗਜ਼ੈਂਡਰੀਆ ਕਾਟੇਜ ਦੇ ਉੱਤੇ। ਕੋਈ ਨਹੀਂ, ਇਦਾਂ ਨਹੀਂ ਡਰਾ ਧਮਕਾ ਨਹੀਂ ਸਕਦੇ ਤੁਸੀਂ ਮੈਨੂੰ, ਕਰ ਜੋ ਕਰਨਾ ਪਈ ਜੀ। ਉਹ ਤੁਸੀਂ ਕਿਉਂ ਲੋਕਾਂ ਨੂੰ ਜੋ ਐਜੂਕੇਸ਼ਨ ਦਿੰਦੀ ਹੈਗੀ ਆ, ਤੇ ਉਹਨੇ ਜਦੋਂ ਕੁਐਸਚਨ ਪੁੱਛਿਆ ਸੀ ਟੌਮ ਹੋਮਨ ਨੂੰ ਵੀ ਤੁਸੀਂ ਕਹਿ ਰਹੇ ਆ ਵੀ ਹਰ ਇੱਕ ਬੰਦਾ ਜਿਹੜਾ ਅਮਰੀਕਾ 'ਚ ਐਂਟਰ ਹੋ ਰਿਹਾ ਇਲੀਗਲ ਆ, US ਦਾ ਕਨਸਟੀਟਿਊਸ਼ਨ ਕਹਿੰਦਾ ਆ ਵੀ ਕੋਈ ਵੀ ਬੰਦਾ ਦੁਨੀਆ ਤੋਂ ਆ ਕੇ ਪੋਲੀਟੀਕਲ ਅਸਾਈਲਮ ਮੰਗ ਸਕਦਾ ਜੇ ਕੋਈ ਉਸਨੇ ਕ੍ਰਾਈਮ ਨਹੀਂ ਕੀਤਾ।
ਤੇ ਉਹ ਉਸ ਨੂੰ ਤੁਸੀਂ ਕ੍ਰਿਮੀਨਲ ਨਹੀਂ ਕਹਿ ਸਕਦੇ ਹੈਗੇ। ਸੋ ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਅੱਗਾਂ ਦੀ ਗੱਲਬਾਤ ਕਰਦੇ ਸੀ, ਲਾਸ ਐਂਜਲਸ ਦੇ ਵਿੱਚ ਜਿੱਥੇ ਅੱਗਾਂ ਲੱਗੀਆਂ ਸੀ, ਕਹਿੰਦੇ ਵੀ ਮੈਜੋਰਿਟੀ 'ਚ ਇਸ ਵੇਲੇ ਅਨਡਾਕੂਮੈਂਟਡ ਵਰਕਰਸ ਕਲੀਨ ਅਪ ਕਰ ਰਹੇ ਆ। ਸੋ ਹੁਣ ਉੱਥੇ ਕੀ ਹੋਊਗਾ ਹਨਾ। ਸੋ ਜਿਹੜੇ ਡੇ ਲੇਬਰਰਸ ਆ ਉਹ ਵਿਚਾਰੇ ਡਰ ਵੀ ਰਹੇ ਆ ਤੇ ਕੰਮ ਵੀ ਕਰ ਰਹੇ ਆ, ਤੇ ਉੱਥੇ ਹੁਣ ਜੇ ਉਹ ਨਾ ਹੋਣ, ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੀ ਇੰਨੀ ਐਸ਼ਜ਼ ਆ ਕਲੀਨ ਅਪ ਕਰਨੇ ਆ, ਟਰੀ ਕਲੀਨ ਅਪ ਕਰਨੇ ਆ, ਪੁਰਾਣੀ ਜਿਹੜੀ ਕੋਈ ਉੱਥੇ ਗਾਰਬੇਜ ਇਕੱਠਾ ਹੋਇਆ ਚੱਕਣਾ, ਹੋਰ ਕਿਹੜਾ ਬੰਦਾ ਜਿਹੜਾ ਕਿਹੜੇ ਲੋਕ ਆ ਉਹ ਜੌਬ ਕਰਨ ਦੇ ਲਈ ਤਿਆਰ ਆ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਕਿਸੇ ਨੇ ਆਰਟੀਕਲ ਲਿਖਿਆ ਵੀ ਭਾਈ ਇੱਧਰ ਆ ਕੇ ਵੀ ਦੇਖ ਲਓ, ਤੁਸੀਂ ਤਾਂ ਸਾਰਿਆਂ ਨੂੰ ਬਦਨਾਮ ਕਰੀ ਜਾਂਦੇ ਆ, ਪਰ ਆਹ ਕੰਮ ਜਿਹੜਾ ਹੈ ਇਹ ਜੇ ਉਹ ਨਾ ਹੋਣ ਤਾਂ ਕੌਣ ਕਰੂ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਭਾਈ ਬਿਜਲੀ ਦੀ ਰੇਟਾਂ ਨੇ ਧੂੰਆਂ ਕੱਢਿਆ ਪਿਆ ਆ। ਕਹਿੰਦੇ ਵੀ ਹੁਣ ਇਸ ਟਾਈਮ ਕੈਲੀਫੋਰਨੀਆ ਦੇ ਲੋਕਾਂ ਦੀ ਬੱਸ ਹੋ ਚੁੱਕੀ ਆ ਤੇ ਇੱਕ ਨਵੀਂ ਪੁਸ਼ ਜਿਹੜੀ ਉਹ ਕਰ ਰਹੇ ਆ ਸਾਰੇ ਜਾਣੇ ਮਿਲ ਜੁਲ ਕੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ PG&E ਦੇ ਜਿਹੜੀ ਰੇਟ ਇਨਕਰੀਜ਼ ਆ ਉਸ ਨੂੰ ਲਿਮਿਟ ਕੀਤਾ ਜਾਵੇ। PG&E ਨੇ ਰਿਕਾਰਡ ਤੋੜ $2.47 ਬਿਲੀਅਨ ਦਾ ਪ੍ਰੋਫਿਟ ਦਰਜ ਕੀਤਾ 2024 ਦੇ ਵਿੱਚ, ਤੇ ਕਹਿੰਦੇ ਵੀ ਉਹ ਹਰ ਸਾਲ ਇਹ ਆਪਣੀ ਜਿਹੜੀ ਪ੍ਰਾਈਸ ਆ ਉਹ ਲਗਾਤਾਰ ਵਧਾਈ ਜਾ ਰਹੇ ਆ। ਇੱਕ ਜਿਹੜਾ ਨਵਾਂ ਸੈਨੇਟ ਬਿੱਲ 332 ਆ ਉਹ ਇੰਟਰੋਡਿਊਸ ਕੀਤਾ ਗਿਆ ਆ, ਜਿਸ ਦੇ ਤਹਿਤ ਕਹਿੰਦੇ ਵੀ PG&E ਵਰਗੀਆਂ ਜਿਹੜੀਆਂ ਇਨਵੈਸਟਰ ਓਨਡ ਯੂਟਿਲਿਟੀ ਕੰਪਨੀਜ਼ ਆ ਉਹ ਰੇਟ ਇਨਕਰੀਜ਼ ਸਾਲ 'ਚ ਸਿਰਫ ਇੱਕ ਵਾਰੀ ਜਿਹੜਾ ਉਹ ਆਖ ਸਕਦੇ ਆ, ਤੇ ਉਸ ਦੇ ਉੱਤੇ ਕੈਪ ਲਾਇਆ ਜਾਊਗਾ ਰੇਟ ਇਨਕਰੀਜ਼ ਕਰਨਾ ਕਿੰਨਾ ਆ, ਈਅਰਲੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਉਸ ਦੇ ਹਿਸਾਬ ਦੇ ਨਾਲ। ਸੋ ਇਹ ਜਿਹੜੀ ਚੀਜ਼ ਆ ਉਹ ਇੰਨੀ ਜ਼ਿਆਦਾ ਫਰਕ ਪੈ ਚੁੱਕੀ ਆ। ਇੱਕ ਯੋਸੇਮਿਟੀ ਫਾਲਜ਼ ਕੈਫੇ ਕਰਕੇ ਆ ਫ੍ਰੈਜ਼ਨੋ ਦੇ ਵਿੱਚ, ਕਹਿੰਦੇ ਦਸੰਬਰ 'ਚ ਉਹਨਾਂ ਦਾ ਬਿੱਲ $11,000 ਸੀ ਤੇ ਜੁਲਾਈ ਦੇ ਵਿੱਚ ਉਹਨਾਂ ਦਾ ਬਿੱਲ $20,000 ਜਿਹੜਾ ਹੋ ਗਿਆ, ਯਾਨੀ ਕਿ ਡਬਲ ਆਲਮੋਸਟ ਹੋ ਚੁੱਕਾ ਆ। ਸੋ ਕਹਿੰਦੇ ਵੀ ਇਹ ਸਸਟੇਨੇਬਲ ਹੀ ਨਹੀਂ ਆ। ਆਮ ਲੋਕਾਂ ਨੇ ਘਰਾਂ ਦੇ ਵਿੱਚ ਵੀ ਜਿਹੜੇ PG&E ਦੇ ਬਿੱਲ, ਖਾਸ ਕਰਕੇ ਜਿਹੜੇ ਸੈਂਟਰਲ ਵੈਲੀ ਦੇ ਵਿੱਚ ਰਹਿੰਦੇ ਆ, ਇੱਥੇ ਸਭ ਤੋਂ ਜ਼ਿਆਦਾ ਜਿਹੜੇ ਉਹ ਮਹਿੰਗੇ ਹੋ ਰਹੇ ਆ। 20% ਹਰ ਸਾਲ ਇਹ ਰੇਟ ਆ ਇਨਕਰੀਜ਼ ਜਿਹੜਾ ਉਹ ਕਰੀ ਜਾ ਰਹੇ ਆ। ਲੋਕਾਂ ਦੇ ਲਈ ਤਾਂ ਇੱਕ ਵੱਖਰੀ ਮਾਰਗੇਜ ਦੀ ਪੇਮੈਂਟ ਦੇ ਤੌਰ ਦੇ ਉੱਤੇ ਕਈਆਂ ਨੂੰ ਜਿਹੜਾ ਉਹ ਬਿਜਲੀ ਦੇ ਬਿੱਲ ਆ ਉਹ ਬਣ ਕੇ ਜਿਹੜੇ ਹੋ ਆ ਰਹੇ ਆ। ਸੋ ਹਾਈ ਜਿਹੜੇ એનર્ਜੀ ਕਾਸਟ ਆ, ਰਾਈਜ਼ਿੰਗ એનર્ਜੀ ਕਾਸਟ ਆ, ਉਹਨਾਂ ਨੇ ਲੱਕ ਜਿਹੜਾ ਲੋਕਾਂ ਦਾ ਤੋੜ ਕੇ ਰੱਖਿਆ ਹੋਇਆ ਆ। ਹਰਜੋਤ ਸਿੰਘ ਦੀ ਆਵਾਜ਼ ਨਹੀਂ ਆ ਰਹੀ। ਦੇ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। ਕੋਹਲ ਜਿਹੜੇ ਸਟੋਰ ਆ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ 27 ਦੇ ਕਰੀਬ ਉਹ ਕੋਲ ਵਾਲੇ ਆਪਣੇ ਸਟੋਰ USA ਦੇ ਵਿੱਚ ਬੰਦ ਕਰਨ ਜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਸੈਕਰਾਮੈਂਟੋ ਏਰੀਆ ਦਾ ਵੀ ਆ ਕੈਲੀਫੋਰਨੀਆ 'ਚ, ਇੱਕ ਸੈਨ ਬਰਨਾਰਡੀਨੋ ਦਾ ਜਿਹੜਾ ਏਰੀਆ ਆ ਉਸ ਏਰੀਆ 'ਚ ਵੀ ਉਹ ਸ਼ਟ ਡਾਊਨ ਕਰਨ ਜਾ ਰਹੇ ਆ। ਕਹਿੰਦੇ ਵੀ ਕਾਸਟ ਆਫ EMPLOYEES, ਰੈਂਟ ਤੇ ਜਿਸ ਤਰ੍ਹਾਂ ਤੁਸੀਂ ਬਿਜਲੀ ਦਾ ਵੀ ਦੱਸਿਆ ਹੈਗਾ, ਤੇ ਪ੍ਰੋਪਰਟੀ ਟੈਕਸਸ ਜਿਹੜੀ ਕਾਸਟ ਆ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨ ਦੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਸੋ ਕੱਲਾ ਇਹ ਦੋ ਨਹੀਂ, ਕੈਲੀਫੋਰਨੀਆ ਦੇ ਵਿੱਚ ਕਾਫੀ ਸਟੋਰ ਸੈਨ ਡੀਗੋ 'ਚ, ਐਨਸੀਨੀਟਾਸ 'ਚ, ਫਰੀਮਾਉਂਟ ਦੇ ਵਿੱਚ ਵੀ ਜਿਹੜਾ ਕ੍ਰਿਸਟੀ ਸਟਰੀਟ ਤੇ ਆ, ਮਾਊਂਟਨ ਵਿਊ, ਨੈਪਾ, ਪਲੇਜ਼ੈਂਟਨ, ਪੁਆਇੰਟ ਵੈਸਟ, ਸੈਕਰਾਮੈਂਟੋ, ਸੈਨ ਰਾਫੇਲ ਤੇ ਸੈਨ ਲੁਇਸ ਓਬਿਸਪੋ ਤੇ ਵੈਸਟਚੈਸਟਰ, ਇਹ ਕੈਲੀਫੋਰਨੀਆ ਦੇ ਵਿੱਚ ਉਹ ਆਪਣੇ ਸਟੋਰ ਬੰਦ ਕਰਨ ਜਾ ਰਹੇ। ਸੈਨ ਬਰਨਾਰਡੀਨੋ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਵੀ ਉਹਨਾਂ ਨੇ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਮਰਡਰ ਫਾਰ ਹਾਇਰ ਸਕੀਮ ਦੇ ਲਈ। ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਇਹ ਚੀਜ਼ ਵਾਪਰੀ, ਕਹਿੰਦੇ ਵੀ ਇੱਕ ਡਿਵੋਰਸ ਤੋਂ ਬਾਅਦ ਦੇ ਵਿੱਚ ਇਹ ਸਭ ਕੁਝ ਵਾਪਰਿਆ। 44 ਸਾਲਾਂ ਦੀ ਯਸੀਨੀਆ ਟੋਰਸ, ਉਸ ਨੂੰ ਦਿਨ ਦਿਹਾੜੇ 버ਗਰ ਪੁਆਇੰਟ ਰੈਸਟੋਰੈਂਟ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਹੁਣ ਜਿਹੜੇ 5 ਜਣੇ ਗ੍ਰਿਫਤਾਰ ਹੋਏ ਆ ਉਸ ਦੇ ਵਿੱਚ ਇਸ ਦਾ ਜਿਹੜਾ ਐਕਸ ਹਸਬੈਂਡ ਸਰਜੀਓ ਰੈਵਲਸ ਉਹ ਵੀ ਸ਼ਾਮਲ ਆ। ਤਿੰਨਾਂ 5 ਜਾਣਿਆਂ ਦੇ ਉੱਤੇ ਮਰਡਰ ਵਿਦ ਸਪੈਸ਼ਲ ਸਰਕਮਸਟੈਂਸਸ, ਲਾਈਂਗ ਇਨ ਵੇਟ, ਫਾਈਨੈਂਸ਼ੀਅਲ ਗੇਨ, ਇਦਾਂ ਦੇ ਜਿਹੜੇ ਚਾਰजेस ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਕਿੰਨੇ ਵੀ ਵੀਡੀਓ ਜਿਹੜੀ ਉਹ ਸਾਹਮਣੇ ਆਈ ਸੀ, ਟੋਰਸ ਆਪਣੀ ਗੱਡੀ ਵੱਲ ਨੂੰ ਜਿਹੜੀ ਉਹ ਜਾ ਰਹੀ ਸੀ, ਜਦ ਕਿ ਉਸ ਦੇ ਲਾਗੇ ਇੱਕ ਹੋਰ ਗੱਡੀ ਆਉਂਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਸ ਨੂੰ ਗੋਲੀਆਂ ਮਾਰ ਕੇ ਉੱਥੇ ਮਾਰ ਦਿੱਤਾ ਜਾਂਦਾ ਹੈ। ਕਈ ਵਿਟਨੈਸਸ ਨੇ ਕਹਿੰਦੇ ਵਿੱਚ ਇੰਟਰਵੀਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਅੰਨ੍ਹੇਵਾਹ ਜਿਹੜੀਆਂ ਉਹ ਗੋਲੀਆਂ ਚਲਾਈਆਂ। 9 ਗੋਲੀਆਂ ਕੁੱਲ ਉਹਨਾਂ ਦੇ ਦੁਆਰਾ ਜਿਹੜਾ ਵਿਕਟਮ ਦੇ ਉੱਤੇ ਚਲਾਈਆਂ ਗਈਆਂ ਸੀਗੀਆਂ, ਜਿਸ ਤੋਂ ਬਾਅਦ ਦੇ ਵਿੱਚ ਇਸ ਬੀਬੀ ਦੀ ਮੌਕੇ ਤੇ ਹੀ ਜਿਹੜੀ ਮੌਤ ਆ
ਉਹ ਹੋ ਗਈ ਸੀ ਤੇ ਹੁਣ 5 ਜਾਣੇ ਜਿਸ ਦੇ ਵਿੱਚ ਉਸਦਾ ਇੱਕ ਜਿਹੜਾ ਐਕਸ ਹਸਬੈਂਡ ਆ ਉਹ ਵੀ ਸ਼ਾਮਲ ਆ। ਇਹ ਘਟਨਾ 10 ਜਨਵਰੀ 2025 ਨੂੰ ਵਾਪਰੀ ਸੀ। ਇੱਕ ਸਾਡੇ ਸਰੋਤੇ ਪੁੱਛਦੇ ਆ ਵੀ ਜਿਹੜਾ ਫਿਊਚਰ ਆਫ ਇੰਟਰਨੈਸ਼ਨਲ ਸਟੂਡੈਂਟਸ USA 'ਚ ਕੀ ਆ, ਉਹਦੇ 'ਚ ਕੋਈ ਚੇਂਜ ਨਹੀਂ, ਐਵਰੀਥਿੰਗ ਓਕੇ ਆ ਸਟੂਡੈਂਟਸ ਦੇ ਲਈ। ਬਾਕੀ ਇਹ ਆ ਵੀ ਜਿਹੜੇ ਲੀਗਲੀ ਅਮਰੀਕਾ 'ਚ ਆ ਰਹੇ ਆ ਉਹਨਾਂ ਦੇ ਲਈ ਕੁਝ ਚੇਂਜਸ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਿਆਂਦੀਆਂ, ਜਿਨ੍ਹਾਂ ਦੇ ਵਿੱਚ ਜੋ ਲੋਕਾਂ ਨੇ ਕੋਵਿਡ ਦੇ ਟੀਕੇ ਨਹੀਂ ਵੀ ਲਵਾਏ ਤੇ ਉਹ ਹੁਣ ਆ ਸਕਦੇ ਹੈਗੇ ਆ, ਉਹ ਫਾਰਮ ਵੇਵ ਆਫ ਕਰ ਦਿੱਤਾ ਉਹਨਾਂ ਨੂੰ। ਜੀ ਹਾਂ। ਸੋ ਇੱਕ ਵਾਰੀ ਫੇਰ ਆਪਾਂ ਜਿੰਨੇ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਬੇਨਤੀ ਜ਼ਰੂਰ ਕਰਦੇ ਆ, ਸਾਨੂੰ ਕਾਲ ਕਰਦਿਆ ਕਰੋ ਜੇ ਕੋਈ ਨਵੀਂ ਇਨਫੋਰਮੇਸ਼ਨ ਹੋਵੇ, ਕਿਉਂਕਿ ਬਹੁਤ ਵਾਰ ਇਨਫੋਰਮੇਸ਼ਨ ਉਹ ਨਿਊਜ਼ਪੇਪਰ ਜਾਂ ਟੀਵੀ ਸਟੇਸ਼ਨ ਤੇ ਨਹੀਂ ਆਉਂਦੀ। ਜਿਸ ਤਰ੍ਹਾਂ ਸਵੇਰੇ ਸਾਨੂੰ ਕਾਲ ਕਰਕੇ ਦੱਸਿਆ ਸੀ ਵੀ ਕੁਝ ਆਪਣੇ ਪੰਜਾਬੀਆਂ ਨੂੰ ਭੇਜਿਆ ਜਾ ਰਿਹਾ ਹੈ ਸਾਊਥ ਅਮਰੀਕਾ, ਕੋਲੰਬੀਆ, ਪੈਨਾਮਾ 'ਚ। ਸੋ ਜੇ ਕਿਸੇ ਦੇ ਕੋਲ ਕਿਸੇ ਤਰ੍ਹਾਂ ਦੀ ਵੀ ਅਪਡੇਟ ਹੋਈ ਤਾਂ ਕਿ ਆਪਾਂ ਸਾਰਿਆਂ ਦੇ ਨਾਲ ਸਾਂਝੀ ਕਰ ਦਾਂਗੇ, ਉਹ ਜ਼ਰੂਰ ਦੱਸਦੇ ਜਾਇਓ। ਇੱਕ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਫੇਰ ਦੱਸ ਦਈਏ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ, ਇੱਕ ਵਾਰੀ ਫੇਰ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਕਾਲਾਂ ਆ ਰਹੀਆਂ ਭਾਰਤ ਸਫਾਰਤਖਾਨੇ ਵਾਲੇ ਬਣ ਕੇ ਜਾਂ ਆਈਸ ਵਾਲੇ ਬਣ ਕੇ, ਇਦਾਂ ਦੀਆਂ ਚੀਜ਼ਾਂ ਲੋਕਾਂ ਨੂੰ ਡਰਾ ਧਮਕਾ ਰਹੇ ਵੀ ਤੁਹਾਨੂੰ ਅਸੀਂ ਚੱਕ ਲੈਣਾ, ਨਹੀਂ ਤਾਂ ਪੈਸੇ ਜਿਹੜਾ ਉਹ ਦੇ ਦਿਓ, ਤੁਹਾਨੂੰ ਡਿਪੋਰਟ ਜਿਹੜਾ ਜੀ ਉਹ ਕਰਨ ਲੱਗੇ ਆ। ਸੋ ਇਹ ਸਾਰੀਆਂ ਚੀਜ਼ਾਂ ਦੀਆਂ ਕਾਲਾਂ ਵੀ ਜਿਹੜੀਆਂ ਆ ਰਹੀਆਂ ਆ, ਇਹਨਾਂ ਵਿੱਚ ਜਿਹੜੀਆਂ ਸਕੈਮ ਕਾਲਾਂ ਬਹੁਤ ਨੇ। ਜਿੱਥੇ ਵੀ ਪੈਸੇ ਮੰਗਣ ਦੀ, ਡਾਲਰ ਮੰਗਣ ਦੀ ਗੱਲ ਹੋਊਗੀ ਤਾਂ ਤੁਸੀਂ ਸਮਝ ਲੈਣਾ ਵੀ ਉਹ ਤੁਹਾਨੂੰ ਜਿਹੜਾ ਉਹ ਲੁੱਟਣ ਦੀ ਕੋਸ਼ਿਸ਼ ਦੇ ਵਿੱਚ ਕਰ ਰਹੇ ਆ। ਜਦੋਂ ਬੰਦਾ ਘਬਰਾਇਆ ਹੋਵੇ, ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਜੇ 2 ਸਾਲ ਨਹੀਂ ਹੋਏ ਉਹ ਵੈਸੇ ਹੀ ਇੰਨੇ ਘਬਰਾਏ ਪਏ ਆ ਵੀ ਪਤਾ ਨਹੀਂ ਕਿੱਥੇ ਕਦੋਂ ਕਿੰਨੇ ਜਿਹੜਾ ਉਹ ਫੜ ਲੈਣਾ ਆ, ਉਹ ਭਾਈ ਜਿਹੜਾ ਖਾਸ ਜਿਹੜਾ ਇਸ ਚੀਜ਼ ਦੇ ਵਿੱਚ ਧਿਆਨ ਦੇਣ। ਤੁਹਾਨੂੰ ਤੁਹਾਡੇ ਹੱਕਾਂ ਦਾ ਜਿਹੜਾ ਉਹ ਪਤਾ ਜ਼ਰੂਰ ਇਸ ਦੇ ਵਿੱਚ ਹੋਣਾ ਚਾਹੀਦਾ ਹੈਗਾ ਆ। ਸੋ ਘਬਰਾਉਣ ਦੀ ਲੋੜ ਨਹੀਂ, ਹੁਣ ਜੋ ਹੋਊਗਾ ਸੋ ਹੋਊਗਾ, ਦੈਟਸ ਓਕੇ। ਪਰ ਇਹ ਆ ਵੀ ਤੁਹਾਨੂੰ ਆਪਣੇ ਹੱਕਾਂ ਦਾ ਵੀ ਜਿਹੜਾ ਉਹ ਨਾਲ ਦੇ ਨਾਲ ਪਤਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਸਟੂਡੈਂਟ ਵੀਜ਼ੇ ਦੇ ਉੱਤੇ ਇੱਕ ਟਿੱਪਣੀ ਜਿਹੜੀ ਹਰਜੋਤ ਸਿੰਘ ਜੀ ਮੈਂ ਜ਼ਰੂਰ ਕਰਨਾ ਚਾਹੂੰਗਾ। ਸਟੂਡੈਂਟ ਵੀਜ਼ੇ ਦੇ ਉੱਤੇ ਜੇ ਤਾਂ ਤੁਸੀਂ ਭਾਈ ਪੜ੍ਹਾਈ ਕਰ ਰਹੇ ਆ, ਉਹ ਚੀਜ਼ ਨੂੰ ਤੁਸੀਂ ਮੇਨਟੇਨ ਕਰਕੇ ਰੱਖਿਆ, ਫਿਰ ਤਾਂ ਜਿਹੜੀ ਉਹ ਕੋਈ ਦਿੱਕਤ ਨਹੀਂ। ਵੀ ਜੇ ਤੁਸੀਂ ਇਹ ਸੋਚ ਰਹੇ ਆ ਵੀ ਸਟੂਡੈਂਟ ਵੀਜ਼ੇ ਦੇ ਆੜ ਦੇ ਵਿੱਚ ਆ ਕੇ ਸਿਰਫ ਤੁਸੀਂ ਅਸਾਈਲਮ ਹੀ ਇਕੱਲਾ ਜਿਹੜਾ ਉਹ ਕਰੀ ਜਾਣਾ ਆ, ਉਸ ਦੇ ਉੱਤੇ ਪਤਾ ਨਹੀਂ ਅੱਗੇ ਕੀ ਜਿਹੜਾ ਉਹ ਹੋਊਗਾ। ਉਹ ਆਲਰੇਡੀ ਆਪਾਂ ਨੂੰ ਪਤਾ ਵੀ ਅਸਾਈਲਮ ਨੂੰ ਲੈ ਕੇ ਕਿੱਡੇ ਔਖੇ ਜਿਹੜੇ ਹੋਏ ਪਏ ਆ, ਉਸ ਚੀਜ਼ ਦੇ ਕਿੱਦਾਂ ਉਲਟ ਜਿਹੜੀ ਇਸ ਟਾਈਮ ਪ੍ਰਸ਼ਾਸਨ ਆ ਉਹ ਚੱਲ ਰਿਹਾ ਹੈਗਾ। ਸੋ ਮੇਕ ਸ਼ੋਰ ਕਰੋ। ਬਿਲਕੁਲ ਇੱਕ ਗੱਲ ਜ਼ਰੂਰ ਆ ਵੀ ਜਿਹੜੇ ਸਟੂਡੈਂਟ ਆ ਉਹ ਕੰਮ ਨਹੀਂ ਕਰ ਸਕਦੇ ਅਨਲੈਸ ਕਿ ਉਹਨਾਂ ਨੂੰ ਆਥੋਰਾਈਜੇਸ਼ਨ ਯੂਨੀਵਰਸਿਟੀ ਜਾਂ ਕਾਲਜ ਨੇ ਕੁਝ ਘੰਟਿਆਂ ਦੀ ਲੈ ਕੇ ਦਿੱਤੀ ਹੈ। 20 ਘੰਟੇ ਦੀ ਉਦਾਂ ਇਜਾਜ਼ਤ ਹੁੰਦੀ ਆ, ਕਈ ਵਾਰੀ ਸਿਰਫ ਔਨ ਕੈਂਪਸ ਆ, ਕਈ ਜਿਹੜੀਆਂ ਕਾਲਜ ਯੂਨੀਵਰਸਿਟੀਜ਼ ਉਹ ਮਦਦ ਕਰ ਦਿੰਦੇ ਆ ਸਟੂਡੈਂਟਸ ਦੀ SSN ਲੈਣ ਦੇ ਵਿੱਚ। ਉਹ ਤੁਹਾਡੇ ਹਰ ਇੱਕ ਕਾਲਜ ਦੀ ਯੂਨੀਵਰਸਿਟੀ ਦੀ ਆਪੋ ਆਪਣੀ ਜਿਹੜੀ ਉਹ ਪਾਲਿਸੀ ਹੁੰਦੀ ਆ, OPT CPT ਬੜਾ ਕੁਝ ਇਸ ਦੇ ਵਿੱਚ ਇਨਵੋਲਵ ਜਿਹੜਾ ਹੁੰਦਾ ਆ। ਜਿਹੜੇ ਸਟੂਡੈਂਟ ਵੀਜ਼ੇ ਵਾਲੇ ਆ ਯੂਜਲੀ ਚਲੋ ਪੜ੍ਹਾਈ ਦੇ ਵਿੱਚ ਆ, ਉਹ ਖੁਦ ਵੀ ਜਿਹੜਾ ਇਸ ਦੇ ਉੱਤੇ ਥੋੜੀ ਹੋਰ ਰਿਸਰਚ ਆ ਉਹ ਜ਼ਰੂਰ ਕਰ ਸਕਦੇ ਹੈ। US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਵਾਲੇ ਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਆਫੀਸ਼ੀਅਲਸ ਪਬਲਿਕ ਨੂੰ ਵਾਰਨਿੰਗ ਕਰ ਰਹੇ ਆ ਕਿ ਬਹੁਤ ਸਾਰੇ ਲੋਕ ਇੰਪੋਸਟਰ ਜਿੱਦਾਂ ਇਹ ਕਹਿ ਰਹੇ ਆ ਵੀ ਅਸੀਂ ਜੀ ਆਈਸ ਦੇ ਏਜੰਟ ਆ ਤੇ ਤੁਹਾਡੇ ਪਾਸਪੋਰਟ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਕਾਲ ਕਰ ਰਹੇ ਆ। ਉਹ ਸਾਰੀਆਂ ਫੇਕ ਕਾਲਸ ਆ। ਉਹਦੇ ਸੰਬੰਧ ਦੇ ਵਿੱਚ ਆਈਸ ਵਾਲਿਆਂ ਨੇ ਇਹ ਕਿਹਾ ਵੀ ਆਪਣੀ ਕੋਈ ਪਰਸਨਲ ਤੇ ਫਾਈਨੈਂਸ਼ੀਅਲ ਇਨਫੋਰਮੇਸ਼ਨ ਕਿਸੇ ਨੂੰ ਨਾ ਦਿਓ ਤੇ ਕਲੈਕਟ ਕਰੋ ਇਨਫੋਰਮੇਸ਼ਨ, ਜਿਹੜਾ ਕਾਲਰ ਆ ਜੇ ਫੋਨ ਨੰਬਰ ਦਿੰਦਾ ਜਾਂ ਕੁਝ ਵੀ, ਤੇ ਜੇ ਤੁਹਾਨੂੰ ਥ੍ਰੈਟ ਕਰਦਾ ਤੇ ਉਹ ਜਿਹੜੀ ਕਾਲ ਆ ਉਸ ਨੂੰ ਬੰਦ ਕਰ ਦਿਓ। ਤੇ ਜੇ ਤੁਹਾਨੂੰ ਲੱਗਦਾ ਆ ਵੀ ਬਿਲਕੁਲ ਇਹ ਝੂਠੀ ਸੀ ਤੇ ਆਈਸ ਵਾਲਿਆਂ ਨੇ ਆਪਣਾ ਨੰਬਰ ਦਿੱਤਾ ਹੈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ, ਜਿੱਥੇ ਤੁਸੀਂ ਰਿਪੋਰਟ ਕਰ ਸਕਦੇ ਹੋ 1866 347 2423। ਅੱਛਾ, ਇੱਕ ਹੋਰ ਸਵਾਲ ਆ ਜਿਹੜਾ ਹਰਜੋਤ ਸਿੰਘ ਜੀ ਵੀ ਪੈਨਾਮਾ ਤੇ ਕੋਲੰਬੀਆ ਨੂੰ ਕਿੰਨਾਂ ਨੂੰ ਭੇਜਿਆ ਜਾਏਗਾ? ਭਾਈ ਜਿਹੜੇ ਡਿਪੋਰਟ ਕੀਤੇ ਜਾ ਰਹੇ, ਜਿਹੜੇ ਫੜ ਕੇ ਡਿਪੋਰਟ ਕੀਤੇ ਜਾ ਰਹੇ ਆ, ਉਹਨਾਂ ਚੋਂ ਕੁਝ ਲੋਕਾਂ ਨੂੰ ਜਿਹੜਾ ਆ ਉਹ ਪੈਨਾਮਾ ਤੇ ਕੋਲੰਬੀਆ ਨੂੰ ਜਿਹੜਾ ਉਹ ਘੱਲਿਆ ਜਾ ਰਿਹਾ, ਜਿਨ੍ਹਾਂ ਦੇ ਕੇਸ ਚੱਲ ਰਹੇ ਆ। ਤੁਹਾਡੇ 2 ਸਾਲ ਜਿਹੜੇ ਉਹ ਇੱਥੇ ਆਇਆਂ ਨੂੰ ਹੋ ਚੁੱਕੇ ਆ, ਤੁਸੀਂ ਸ਼ੋਅ ਕਰ ਸਕਦੇ ਆ ਉਹ ਚੀਜ਼ ਨੂੰ। ਉਹਨਾਂ ਦੇ ਉੱਤੇ ਇਦਾਂ ਨਹੀਂ ਆ। ਸੋ ਜਿਨ੍ਹਾਂ ਨੂੰ ਡੈਪੋਟੇਸ਼ਨ ਦੇ ਲਈ ਰਿਮੂਵਲ ਆਰਡਰ ਲੱਗੇ ਹੋਏ ਆ, ਉਹਨਾਂ ਨੂੰ ਫੜ ਲਿਆ ਗਿਆ ਆ ਤੇ ਡਿਪੋਰਟ ਕਰਨਾ ਆ, ਤੇ ਉਹਨਾਂ ਨੂੰ ਜਿਹੜਾ ਉਹ ਪੈਨਾਮਾ ਤੇ ਕੋਲੰਬੀਆ ਦੇ ਵਿੱਚ ਘੱਲਿਆ ਜਾ ਰਿਹਾ। ਨੋ ਡਾਊਟ ਇਸ ਦੇ ਉੱਤੇ ਹੁਣ ਰੌਲਾ ਰੱਪਾ ਜਿਹੜਾ ਜ਼ਿਆਦਾ ਪਿਆ ਆ, ਪਤਾ ਨਹੀਂ ਅੱਗੇ ਇਹਦੀ ਸਿਚੁਏਸ਼ਨ ਕੀ ਜਿਹੜੀ ਉਹ ਬਣੇਗੀ। ਇੱਕ ਹੋਰ ਆਪਾਂ ਬੇਨਤੀ ਕਰਨੀ ਆ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਹੈਗੇ ਸਾਡੇ, ਇਸ ਵੀਕਐਂਡ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਤੇ ਪੰਜਾਬੀ ਸਾਹਿਤਕ ਅਕੈਡਮੀ ਵੱਲੋਂ ਪੰਜਾਬੀ ਮਾਂ ਬੋਲੀ ਦੇ ਸੰਬੰਧ ਦੇ ਵਿੱਚ 2 ਘੰਟਿਆਂ ਦਾ ਪ੍ਰੋਗਰਾਮ ਫ੍ਰਿਜ਼ਨੋ ਜਿਹੜਾ ਸਾਡਾ ਸਟੂਡੀਓ ਉੱਥੇ ਰੱਖਿਆ ਗਿਆ ਹੈ।
ਤੇ ਉਹਦੇ ਬਾਰੇ ਜ਼ਰੂਰ ਥੋੜੀ ਜਿਹੀ ਹਾਂਜੀ 1 ਤੋਂ 3 ਵਜੇ ਤੱਕ ਐਡਰੈਸ ਹੈਗਾ ਆਪਣਾ 2125 ਨਾਰਥ ਬਾਰਟਨ ਐਵਨਿਊ। ਇੱਥੇ ਜਿਹੜਾ ਤੁਸੀਂ ਸਾਰਿਆਂ ਨੇ ਪਹੁੰਚਣਾ ਆ 1 ਤੋਂ 3 ਵਜੇ। ਆਉਂਦੇ ਜਿਹੜੇ ਸ਼ਨੀਚਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਆ 22 ਫਰਵਰੀ ਦਿਨ ਸ਼ਨੀਚਰਵਾਰ ਨੂੰ ਤੇ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰਲ ਸੈਂਟਰ ਦੇ ਜਿਹੜੇ ਸੈਮੀਨਾਰ ਹਾਲ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਗਿਆ ਆ। ਸੋ ਸਾਹਿਤਕ ਲੋਕ ਜਿਹੜੇ ਆਪਣੀਆਂ ਕਵਿਤਾਵਾਂ ਆਪਣੀਆਂ ਰਚਨਾਵਾਂ ਜਿਹੜੀਆਂ ਆ ਉਹ ਇਸ ਦੇ ਵਿੱਚ ਸਾਂਝੀਆਂ ਕਰਨਗੇ। ਜਿਹੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਜਿਹੜੇ ਕਵੀ ਜਿਹੜੇ ਹੈਗੇ ਨੇ ਜਾਂ ਜਿਨ੍ਹਾਂ ਨੇ ਸਾਹਿਤ ਰਚਿਆ ਆ ਉਹਨਾਂ ਨੇ ਕੁਛ ਆਪਣੀਆਂ ਜਿਹੜੀਆਂ ਬੋਲ ਕੇ ਕਵਿਤਾਵਾਂ ਜਾਂ ਰਚਨਾਵਾਂ ਜਿਹੜੀਆਂ ਆਲਰੇਡੀ ਘੱਲੀਆਂ ਆ ਉਹ ਵੀ ਤੁਹਾਡੇ ਨਾਲ ਸੁਣਾਈਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣਗੀਆਂ। ਤੇ ਸਾਰਿਆਂ ਨੂੰ ਜਿਹੜਾ ਉਹ ਪਰਿਵਾਰਾਂ ਸਮੇਤ ਪਹੁੰਚਣ ਦੇ ਲਈ ਸੱਦਾ ਆ। ਜੇ ਤੁਹਾਡੀ ਵੀ ਕੋਈ ਰਚਨਾ ਆ ਤੁਸੀਂ ਉਸ ਦਿਨ ਸਾਂਝੀ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਵੀ ਉੱਥੇ ਜਿਹੜਾ ਉਹ ਬੋਲਣ ਦਾ ਆਪਣੀ ਰਚਨਾ ਹੈ ਉਹ ਸਾਂਝੀ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਜਾਵੇਗਾ। ਸੋ ਪਹੁੰਚਣਾ ਨਾ ਭੁੱਲਿਓ ਜੀ। 22 ਫਰਵਰੀ ਦਿਨ ਸ਼ਨੀਚਰਵਾਰ ਦੁਪਹਿਰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵਨਿਊ 2125 ਨਾਰਥ ਬਾਰਟਨ ਐਵਨਿਊ ਫ੍ਰੈਜ਼ਨੋ ਦੇ ਵਿੱਚ। ਤੇ ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਸਮਾਂ ਥੋੜਾ ਜਿਹਾ ਉੱਤੇ ਆਪਾਂ ਲੈ ਗਏ ਤੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤਾਂ ਡਾਊ ਜੋਨ ਅੱਜ 10 ਪੁਆਇੰਟ ਵੱਧ ਕੇ 44,556, S&P 15 ਪੁਆਇੰਟ ਵੱਧ ਕੇ 6130, ਨੈਸਡੈਕ 14 ਪੁਆਇੰਟ ਵੱਧ ਕੇ 20,041 ਤੇ ਬੰਦ ਹੋਇਆ। ਸੋਨਾ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਿਹਾ ਆ 2900 ਤੇ 58 ਡਾਲਰ ਦੇ ਉੱਤੇ ਪਹੁੰਚ ਗਿਆ ਪਰ ਆਉਂਸ। ਕੱਚੇ ਤੇਲ ਦੀ ਕੀਮਤ $72 ਪਰ ਬੈਰਲ, 10 ਈਅਰ ਯੀਲਡ 4.55%। ਕ੍ਰਿਪਟੋ ਕਰੰਸੀ ਚ ਬਿਟਕੋਇਨ 95,490 ਤੇ ਇਥੀਰੀਅਮ $2675 ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 96 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।